ਰੈਗੂਲਰ ਕੌਨਸਟੈਂਟ ਐਫਰਟਸ ਨੇ ਜਿਹੜੇ ਉਹਦੇ ਨਾਲ ਰਿਜ਼ਲਟਸ ਆਉਂਦੇ ਨੇ। ਔਰ ਟਾਈਮ ਇੱਕ ਚੀਜ਼ ਜਿਹੜੀ ਮੈਂ ਸਿੱਖੀ, ਔਰ ਇਹ ਮੈਂ ਮੇਰੇ ਹਸਬੈਂਡ ਤੋਂ ਸਿੱਖੀ, ਔਰ ਬਹੁਤ ਜੁੱਤੀਆਂ ਖਾ ਖਾ ਕੇ ਸਿੱਖੀ ਆ, ਟਾਈਮ ਮੈਨੇਜ ਕਰਨਾ। ਯੈਸ, ਮੈਂ ਇੱਕ ਡਰਾਈਵਰ ਹਾਂ ਅਤੇ ਮੈਨੂੰ ਡਰਾਈਵਰ ਹੋਣ 'ਤੇ ਮਾਣ ਹੈ। Yes, I am proud to be a driver. If somebody is driving a aeroplane and he says, oh I am a pilot, and ਉਹਨੂੰ ਪ੍ਰਾਊਡ ਹੁੰਦਾ, ਤਾਂ 10-15 ਟੈਰੀ ਗੱਡੀ ਚਲਾਉਣੀ, 14 ਟੈਰੀ ਗੱਡੀ ਚਲਾਉਣੀ ਸੌਖੀ ਥੋੜ੍ਹੀ ਹੈ, ਟਰਾਲੇ ਚਲਾਉਣੇ। ਕਹਿੰਦੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਬਾਬੇ ਛਾਏ ਹੋਏ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਹੋ ਤੁਸੀਂ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਜੋ ਬੀਬਾ ਮੌਜੂਦ ਨੇ ਨਾ, ਕਾਫੀ ਮਲਟੀ ਟੈਲੈਂਟਡ ਹੈ ਨਾ, ਗੱਲਬਾਤ ਕਰਦੇ ਆ। ਇਹਨਾਂ ਦੀ ਵੈਸੇ ਲਿਸਟ ਤਾਂ ਅਸੀਂ ਜਾਣ ਨਹੀਂ ਸਕਦੇ ਕਿ ਕੀ ਕੁਝ ਕਰਦੇ, ਤੁਹਾਨੂੰ ਦੱਸ ਨਹੀਂ ਸਕਦੇ, ਆਪਾਂ ਨਾਲ ਗੱਲਬਾਤ ਕਰਕੇ ਹੀ ਤੁਹਾਨੂੰ ਗੱਲਬਾਤ ਕਰਾਉਂਦੇ। ਮੈਮ ਕੀ ਹਾਲ ਤੁਹਾਡਾ ਜੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਬੋਲੀ ਹੌਲੀ ਬਾਬਾ ਨੂੰ ਬੈਸਟ ਵਿਸ਼ੇਸ। ਮੈਮ ਤੁਸੀਂ ਇੰਨਾ ਕੁਝ ਕਰਦੇ ਹੋ ਐਜ਼ ਅ ਬਿਜ਼ਨਸ ਵੂਮਨ, ਹਾਂ ਪੋਲੀਟਿਕਸ ਵੀ ਕਰਦੇ ਹੋ, ਸੋਸ਼ਲ ਸਰਵਿਸ ਵੀ ਕਰਦੇ ਹੋ, ਇੰਨਾ ਕੁਝ ਤੁਸੀਂ ਕਿਵੇਂ ਸਾਂਭਦੇ, ਮੈਨੇਜ ਕਿਵੇਂ ਕਰਦੇ ਹੋ? ਜਿਵੇਂ ਆਪਾਂ ਆਪਦੀ ਲਾਈਫ 'ਚ ਸਾਹ ਵੀ ਲੈਂਦੇ ਹਾਂ, ਅੱਖਾਂ ਵੀ ਝਪਕਦੇ ਹਾਂ, ਰੋਟੀ ਵੀ ਖਾਂਦੇ ਹਾਂ, ਤੁਰਦੇ ਵੀ ਹਾਂ, ਕੰਮ 'ਤੇ ਵੀ ਜਾਂਦੇ ਹਾਂ, ਪੜ੍ਹਾਈ ਵੀ ਕਰਦੇ ਹਾਂ, ਰਿਸ਼ਤਿਆਂ ਨੂੰ ਵੀ ਸਾਂਭਦੇ ਹਾਂ, ਉਵੇਂ ਹੀ ਆਹ ਸਾਰੇ ਕੰਮ ਕਰੀ ਜਾਈਦੇ ਨੇ, ਟਾਈਮ ਮੈਨੇਜ ਕਰੀਦਾ। ਬਾਕੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਪੌਂਟੇਨੀਅਸ ਚੱਲੀ ਜਾਂਦੀਆਂ ਨੇ, ਬਹੁਤ ਸਾਰੀਆਂ 'ਚ ਐਫਰਟਸ ਕਰਨੇ ਪੈਂਦੇ ਨੇ, ਪਰ ਰੈਗੂਲਰ ਕੌਨਸਟੈਂਟ ਐਫਰਟਸ ਨੇ ਜਿਹੜੇ ਉਹਦੇ ਨਾਲ ਰਿਜ਼ਲਟਸ ਆਉਂਦੇ ਨੇ। ਔਰ ਟਾਈਮ ਇੱਕ ਚੀਜ਼ ਜਿਹੜੀ ਮੈਂ ਸਿੱਖੀ, ਔਰ ਇਹ ਮੈਂ ਮੇਰੇ ਹਸਬੈਂਡ ਤੋਂ ਸਿੱਖੀ, ਔਰ ਬਹੁਤ ਜੁੱਤੀਆਂ ਖਾ ਖਾ ਕੇ ਸਿੱਖੀ ਆ, ਟਾਈਮ ਮੈਨੇਜ ਕਰਨਾ। ਆਈ ਲਰਨਡ ਟੂ ਸੇ ਨੋ ਆਲਸੋ। ਕਈ ਵਾਰ ਮੇਰੇ ਕੋਲ ਜੇ ਟਾਈਮ ਨਹੀਂ ਹੈ ਤਾਂ ਮੈਂ ਇੰਨਾ ਗੜਬੜ ਕਰ ਦਿੰਦੀ ਸੀ ਕਿ ਸਾਰੇ ਕੰਮਾਂ ਨੂੰ ਉਲਝਾ ਦਿੰਦੀ ਸੀ। ਸੋ ਆਈ ਹੈਡ ਲਰਨ ਟੂ ਸੇ ਨੋ, ਐਂਡ ਮੈਂ ਆਪਦੇ ਹਸਬੈਂਡ ਤੋਂ ਸਿੱਖਿਆ ਵੀ ਸਮੇਂ ਨੂੰ ਮੈਨੇਜ ਕਿਵੇਂ ਕਰਨਾ ਹੈ ਅਤੇ ਇਹਦੀ ਕਦਰ ਕਿਵੇਂ ਕਰਨੀ ਹੈ। ਸਮੇਂ ਅੱਜ ਦੀ ਟਾਈਮ 'ਚ ਆਪਾਂ ਦੇਖੀਏ ਤਾਂ ਬਹੁਤ ਘੱਟ ਹੈ। ਤੁਸੀਂ ਇੰਨੇ ਜ਼ਿਆਦਾ ਕੰਮ ਕਰਦੇ ਹੋ, ਡਰਾਈਵਿੰਗ ਵੀ ਕਰ ਲੈਂਦੇ ਹੋ, ਆਪਦੀ ਤੁਹਾਡੇ ਕੋਲ 10 ਟਾਇਰੀ ਗੱਡੀਆਂ ਨੇ, ਫੈਸ਼ਨ ਡਿਜ਼ਾਈਨਿੰਗ ਵੀ ਕਰਦੇ ਹੋ, ਆਪਦਾ ਸੈਲੂਨ ਸਾਂਭਦੇ ਹੋ, ਨਾਲ ਨਾਲ ਐਕਟਿੰਗ ਵੀ ਕਰਦੇ ਹੋ। ਇੰਨਾ ਮੈਨੇਜ ਕਰਨਾ ਸੌਖਾ ਨਹੀਂ ਲੱਗਦਾ ਮੈਨੂੰ, ਕਿਵੇਂ ਕਰਦੇ ਹੋ ਤੁਸੀਂ? ਪਹਿਲਾਂ ਤਾਂ ਤੁਹਾਡੇ ਸ਼ਬਦ ਤੋਂ ਵੀ ਸਮੇਂ ਬਹੁਤ ਘੱਟ ਹੈ ਤਾਂ ਨੈਗੇਟਿਵਿਟੀ ਆਉਂਦੀ ਆ, ਔਰ ਉਹ ਦੁਨੀਆ ਨੂੰ ਦੱਸਦਾ ਵੀ ਸਮੇਂ ਘੱਟ ਹੈ। ਸਮੇਂ 24 ਘੰਟੇ ਹੀ ਹੈ। ਜਿਹੜੇ ਦੁਨੀਆ ਦੇ ਵੱਡੇ ਵੱਡੇ ਲੋਕ ਨੇ ਔਰ ਜਿਨ੍ਹਾਂ ਨੇ ਬਹੁਤ ਕੁਛ ਅਚੀਵ ਕੀਤਾ, ਆਪਾਂ ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ ਆ। ਜਿਨ੍ਹਾਂ ਨੇ 20 ਲੈਂਗੁਏਜ 25 ਲੈਂਗੁਏਜ ਸਿੱਖੀਆਂ, ਉਹਨਾਂ ਕੋਲ ਵੀ ਇੰਨਾ ਹੀ ਟਾਈਮ ਸੀਗਾ, ਹੈ ਨਾ। 24 ਘੰਟੇ ਹੀ ਸੀ, 24x7x365 ਆਪਣੇ ਕੋਲ ਵੀ ਓਨਾ ਹੀ ਆ। ਆਪਾਂ ਜਿਹੜਾ ਮੈਂ ਵੱਡੇ ਜਿਹੜੇ ਸਕਸੈਸਫੁਲ ਲੋਕ ਨੇ ਉਹਨਾਂ ਤੋਂ ਸਿੱਖਿਆ, ਉਹਨਾਂ ਨੂੰ ਦੇਖਦੀ ਹਾਂ, ਉਹਨਾਂ ਦੀਆਂ ਜੀਵਨੀਆਂ ਤੋਂ ਸਿੱਖਿਆ ਵੀ ਜੇ ਕਾਮਯਾਬ ਹੋਣਾ ਹੈ ਨਾ ਤਾਂ ਸਮੇਂ ਦੀ ਕਦਰ ਕਰਨੀ ਪਊ। ਇਹ ਇੱਕ ਵਾਰ ਗਿਆ, ਇਹ ਮੁੜ ਕੇ ਹੱਥ ਨਹੀਂ ਆਉਂਦਾ। ਇਹਨੂੰ ਮੈਨੇਜ ਕਰੋ ਹੌਲੀ 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 ਹੌਲੀ। ਤਾਂ ਉਸ ਤਰੀਕੇ ਦੇ ਨਾਲ 5:30-6 ਵਜੇ ਉੱਠ ਕੇ ਬੱਚਿਆਂ ਨੂੰ ਸਕੂਲ ਭੇਜ ਕੇ ਅਖਬਾਰ ਪੜ੍ਹਨਾ, ਫਿਰ ਆਪਦਾ ਲਾਅ ਦੀ ਤਿਆਰੀ ਕਰਨੀ, ਫਿਰ ਦਿਨ ਨੂੰ ਮੈਨੇਜ ਕਰਨਾ, ਲਿਖਣਾ, ਹੈ ਨਾ, ਪੋਲੀਟਿਕਸ ਨੂੰ ਵੀ ਹਾਂ ਅੱਜ ਕੋਈ ਡਿਬੇਟ ਤਾਂ ਨਹੀਂ ਹੈ, ਜੇ ਹੈ ਕਿਸ ਟੌਪਿਕ 'ਤੇ ਹੈ, ਤਿਆਰੀ ਕੀ ਕਰਨੀ ਆ। ਬਿਕਾਜ਼ ਤੁਹਾਡਾ ਮੂੰਹ 'ਚੋਂ ਜਿਹੜਾ ਸ਼ਬਦ ਹੈ ਉਹੀ ਦੱਸ ਦਿੰਦਾ ਹੈ ਵੀ ਤੁਸੀਂ ਕਿਸ ਸ਼ਖਸੀਅਤ ਦੇ ਮਾਲਕ ਹੋ ਜਾਂ ਤੁਹਾਡੀ ਸੋਚ ਵਿਚਾਰ ਕੀ ਆ। ਸੋ ਆਪਦੇ ਆਪ ਨੂੰ ਵੈਲਿਊਏਬਲ ਬਣਾਉਣ 'ਚ ਅਤੇ ਮਿਹਨਤ ਅਤੇ ਟਾਈਮ ਮੈਨੇਜ, ਮੈਂ ਸਿਰਫ ਟਾਈਮ ਮੈਨੇਜ ਕੀਤਾ ਅਤੇ HR ਮੈਨੇਜ ਕੀਤੀ ਆ, ਹੈ ਨਾ। ਵੀ ਹਿਊਮਨ ਰਿਸੋਰਸ ਸਭ ਤੋਂ ਬੇਸ਼ਕੀਮਤੀ ਹੈ, ਹਿਊਮਨਸ ਨੂੰ ਮੈਨੇਜ ਕਰਨਾ। ਭਾਵੇਂ ਉਹ ਤੁਹਾਡੇ ਪਰਿਵਾਰਕ ਮੈਂਬਰ ਨੇ, ਭਾਵੇਂ ਮੇਰੇ ਇੰਪਲੋਈਜ਼ ਨੇ, ਭਾਵੇਂ ਮੇਰੇ ਇੱਥੇ ਡਰਾਈਵਰਸ ਨੇ। ਆਈ ਗਿਵ ਰਿਸਪੈਕਟ ਐਂਡ ਆਈ ਡੋਂਟ ਐਕਸਪੈਕਟ ਐਨੀਥਿੰਗ ਇਨ ਰਿਟਰਨ। ਇੰਸਪੀਰੇਸ਼ਨ ਕੌਣ ਹੈ ਤੁਹਾਡੀ ਜਿਹਨਾਂ ਤੋਂ ਤੁਸੀਂ ਸਿੱਖਦੇ ਹੋਗੇ ਜਾਂ ਜਿਹਨਾਂ ਨੂੰ ਫੋਲੋ ਕਰਦੇ ਹੋ? ਮੇਰੇ ਇੰਸਪੀਰੇਸ਼ਨਸ ਬਹੁਤ ਸਾਰੇ ਲੋਕ ਨੇ। ਮਹਾਤਮਾ ਗਾਂਧੀ ਜੀ ਇੰਸਪਾਇਰ ਕਰਦੇ ਨੇ, ਮਹਾਰਾਜਾ ਰਣਜੀਤ ਸਿੰਘ ਇੰਸਪਾਇਰ ਕਰਦੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਾਜ ਐਕਸਪੈਂਡ ਕੀਤਾ ਅਤੇ ਸੰਭਾਲਿਆ। ਉਸ ਟਾਈਮ ਸਿੱਖਿਆ ਦਾ ਪੱਧਰ ਬਹੁਤ ਉੱਚਾ ਸੀਗਾ,
ਮੈਨੂੰ ਮਮਤਾ ਬੈਨਰਜੀ ਬਹੁਤ ਇਨਸਪਾਇਰ ਕਰਦੇ ਨੇ, ਮੈਨੂੰ ਪ੍ਰਿਯੰਕਾ ਗਾਂਧੀ ਬਹੁਤ ਇਨਸਪਾਇਰ ਕਰਦੇ ਨੇ, ਸੋਨੀਆ ਗਾਂਧੀ ਐਜ਼ ਅ ਪੋਲੀਟੀਸ਼ੀਅਨਸ ਦੀ ਗੱਲ ਕਰਦੀ ਹਾਂ, ਹੈ ਨਾ। तो बॉलीवुड एक्ट्रेसेस जो आई गेट इंस्पायर्ड बाय सुष्मिता सेन, द वे शी एक्सप्रैस और जिस ब्यूटीफुल तरीके दे नाल वो बोलदे आ और बोल्डनेस आ भी जो भी करना है बेबाक और अचीव किया और वो आपदी लाइफ दी रियलिटीज़ दसदे ने भी मैं किवें मिस यूनीवर्स तक पहुंची। तो शी इज़ एन इंस्पिरेशन फॉर मी। ਜਿਹੜੀਆਂ ਹੋਰ ਲੇਡੀਜ਼ ਨੇ ਕੋਈ ਹੋਰ ਆਪਦੀ ਲਾਈਫ ਦੇ ਵਿੱਚ ਸਟਰਗਲਸ ਤੋਂ ਬਾਅਦ ਉਹਨਾਂ ਨੇ ਅਚੀਵ ਕੀਤਾ, ਦੇ ਆਲ ਆਰ ਇਨਸਪੀਰੇਸ਼ਨਸ ਫॉर ਮੀ। ਜਿੱਦਾਂ ਆਪਾਂ ਦੇਖਿਆ ਮੈਮ ਤੁਸੀਂ ਡਰਾਈਵ ਕਰ ਰਹੇ ਸੀ ਆਪਦਾ ਟਰਾਲਾ, ਤੇ ਡਰਾਈਵਿੰਗ ਤਾਂ ਤੁਹਾਡੀ ਕਾਫੀ ਵਧੀਆ ਸੀਗੀ, ਬਟ ਇਸ ਜਿਹੜਾ ਇਹ ਫੀਲਡ ਆ ਨਾ ਇਹਨੂੰ ਥੋੜ੍ਹਾ ਜਿਹਾ ਗਲਤ ਸਮਝਿਆ ਜਾਂਦਾ, ਡਰਾਈਵਰਸ ਨੂੰ ਬੜਾ ਇੱਜ਼ਤ ਨਾਲ ਨਹੀਂ ਮੰਨਿਆ ਜਾਂਦਾ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਤਾਂ ਦੇਖੋ ਡਰਾਈਵਰਸ ਹੀ ਨੇ, ਉਹ ਇੰਡੀਆ 'ਚ ਵੀ ਡਰਾਈਵਰ ਨੇ, ਫੋਰਨ 'ਚ ਵੀ ਨੇ, ਬਸ ਸੋਚ ਦਾ ਫਰਕ ਹੈ। ਸੋਚ ਉੱਥੇ ਜਾ ਕੇ ਬਦਲ ਜਾਂਦੀ ਆ, ਇੱਥੇ ਜਾ ਕੇ ਉਹੀ ਆ। ਇੱਥੇ ਡਰਾਈਵਰਾਂ ਨੂੰ ਸਮਝਿਆ ਜਾਂਦਾ ਹੈ ਵੀ ਦੇ ਆਰ ਨਾਟ ਰਿਸਪੈਕਟੇਬਲ, ਹੈ ਨਾ, ਇਹਨਾਂ ਦੀ ਝਾਕਣੀ ਮਾੜੀ ਆ, ਇਹ ਇਹਨਾਂ ਨਾਲ ਗੱਲ ਨਾ ਕਰੋ। ਪਰ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਜੇ ਦੱਸਾਂ ਤਾਂ ਮੈਂ ਇੱਥੇ ਵੀ ਜਿੰਨੇ ਡਰਾਈਵਰ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੀ ਹਾਂ, ਉਹਨਾਂ ਨੂੰ ਪੁੱਛਦੀ ਹਾਂ ਔਰ ਬੜਾ ਕਾਈਂਡ ਜੈਸਚਰ ਉਹਨਾਂ ਨੂੰ ਵੀ, ਉਹ ਵੀ ਅਖੀਰ ਨੂੰ ਤਾਂ ਇਨਸਾਨ ਨੇ ਔਰ ਇੱਕ ਵਧੀਆ ਸੂਟਡ ਬੂਟਡ ਜੇ ਰਿਸੈਪਸ਼ਨਿਸਟ ਹੋਵੇ ਨਾ, ਉਨੀ ਕੁ ਤਨਖਾਹ ਤਾਂ ਵਧੀਆ ਉਨੀ ਕਮਾ ਰਹੇ ਹੁੰਦੇ ਨੇ। ਤਾਂ ਮੇਰਾ ਤਾਂ ਸਲਾਹ ਵੀ ਡਰਾਈਵਰਾਂ ਨੂੰ ਵੀ ਇਹੀ ਆ ਔਰ ਮੈਂ ਚਾਹੁੰਦੀ ਵੀ ਹਾਂ ਵੀ ਉਹ ਆਪਦੀ ਇੱਜ਼ਤ ਰਿਸਪੈਕਟ ਆਪਦੀਆਂ ਰਾਈਟਸ ਦੇ ਲਈ ਵੀ ਖੜਨ ਤੇ ਆਪਦੇ ਆਪ ਨੂੰ ਅਪਲਿਫਟ ਕਰਨ ਵੀ ਯੈਸ ਮੈਂ ਇੱਕ ਡਰਾਈਵਰ ਹਾਂ ਤੇ ਮੈਨੂੰ ਡਰਾਈਵਰ ਹੋਣ ਤੇ ਮਾਣ ਹੈ। Yes, I am proud to be a driver. If somebody is driving a aeroplane and he says oh I am a pilot and ਉਹਨੂੰ ਪ੍ਰਾਊਡ ਹੁੰਦਾ ਤਾਂ 10-15 ਟੈਰੀ ਗੱਡੀ ਚਲਾਉਣੀ, 14 ਟੈਰੀ ਗੱਡੀ ਚਲਾਉਣੀ ਸੌਖੀ ਥੋੜੀ ਹੈ, ਟਰਾਲੇ ਚਲਾਉਣੇ ਹੈ, ਉਹਨੂੰ ਵੀ ਓਨਾ ਮਾਣ ਹੋਣਾ ਚਾਹੀਦਾ। ਔਰ ਮੈਂ ਚਾਹੁੰਦੀ ਹਾਂ ਵੀ ਇੱਕ ਸਮਾਂ ਆਵੇ ਜਿਹੜਾ ਦੁਨੀਆ ਦਾ ਨਜ਼ਰੀਆ ਦੇਖਣ ਦਾ ਡਰਾਈਵਰਸ ਦੇ ਪ੍ਰਤੀ ਬਦਲੇ ਔਰ ਇਹ ਉਹ ਵੀ ਆਪਦੇ ਵਿੱਚ ਲਿਆਉਣ ਔਰ ਆਪਣੀ ਯੰਗ ਜਨਰੇਸ਼ਨਸ ਜਿਹੜੇ ਅੱਗੇ ਬੱਚੇ ਨੇ ਜਿਹੜੇ ਨੌਕਰੀਆਂ ਦੀ ਭਾਲ 'ਚ ਫਿਰਦੇ ਨੇ, ਬਿਕਾਜ਼ ਟਰਾਂਸਪੋਰਟ ਲਾਈਨ ਦੇ ਵਿੱਚ ਬਹੁਤ ਗਰੋਥ ਹੈ। ਟਰਾਂਸਪੋਰਟਰਸ ਨੂੰ ਚੰਗੇ ਡਰਾਈਵਰਸ ਨਹੀਂ ਮਿਲਦੇ, ਕਮਿਟਡ ਡਰਾਈਵਰਾਂ ਨੂੰ ਜਿਹੜੇ ਹੈਗੇ ਨੇ ਚੰਗਾ ਉਹ ਨਹੀਂ ਮਿਲਦਾ ਹੈਗਾ। ਤਾਂ ਦੇਅਰ ਕੈਨ ਬੀ ਅ ਗੁੱਡ ਸਪਲਾਈ ਜਿੱਥੇ ਵਧੀਆ ਡਰਾਈਵਰਸ ਰਿਸਪੈਕਟੇਬਲ ਹੋਣ ਔਰ ਜਿਹੜੇ ਕਿ ਸਿਸਟਮੈਟਿਕਲੀ ਔਰਗਨਾਈਜ਼ਡ ਕੰਮ ਕਰਨ। ਤਾਂ ਇਹ ਵੀ ਕੀਤਾ ਬਹੁਤ ਅੱਛਾ ਹੈ। 10-15-20 ਹਜ਼ਾਰ ਰੁਪਇਆ ਤਨਖਾਹ ਮਾੜੀ ਤਾਂ ਨਹੀਂ ਹੁੰਦੀ ਹੈਗੀ। ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਜਿਹੜੀ ਆਪਣੀ ਯੰਗ ਜਨਰੇਸ਼ਨ ਹੈ ਸਾਰੇ ਫੋਰਨ ਦੇ ਵਿੱਚ ਭੱਜ ਰਿਹਾ, ਉੱਥੇ ਜਾ ਕੇ ਡਰਾਈਵਿੰਗ ਵੀ ਕਰਦੇ, ਕੁੜੀਆਂ ਵੀ ਡਰਾਈਵਿੰਗ ਕਰਦੀਆਂ ਉੱਥੇ। ਤੁਸੀਂ ਇਸ ਚੀਜ਼ ਨੂੰ ਕੀ ਸਮਝਦੇ ਹੋ ਕਿ ਆਪਣਾ ਜਿਹੜਾ ਦੇਸ਼ ਛੱਡ ਕੇ ਜਾ ਰਹੇ ਆ ਉੱਥੇ ਜਾ ਕੇ ਉਹਨਾਂ ਨੇ ਕੰਮ ਕਰਨਾ, ਇਹ ਸਹੀ ਹੈ ਜਾਂ ਨਹੀਂ? ਸਹੀ ਗਲਤ ਤਾਂ ਦੇਖੋ ਹੁੰਦਾ ਕੁਛ ਨਹੀਂ, ਪਰ ਐ ਆ ਵੀ ਭੇਡ ਚਾਲ ਬਹੁਤ ਜ਼ਿਆਦਾ ਹੋ ਗਈ ਆ ਵੀ ਇੱਕ ਦੇ ਮਗਰ ਇੱਕ ਦੇ ਮਗਰ ਇੱਕ ਦੇ ਮਗਰ ਇੱਕ ਜਾਈ ਜਾਂਦੇ ਨੇ। ਇਹਦੇ ਵਿੱਚ ਮੈਂ ਨਹੀਂ ਕਹੂੰਗੀ ਕਿ ਓਪਰਚੁਨਿਟੀਜ਼ ਨੇ, ਜਿਹੜੀਆਂ ਓਪਰਚੁਨਿਟੀਜ਼ ਦੀ ਘਾਟ ਵੀ ਹੈਗੀ ਆ, ਪਰ ਓਪਰਚੁਨਿਟੀਜ਼ ਬਣਾਈਆਂ ਵੀ ਜਾ ਸਕਦੀਆਂ ਨੇ। ਜੇ ਉੱਥੇ ਜਾ ਕੇ ਤੁਸੀਂ ਰੈਸਟੋਰੈਂਟ 'ਚ ਹੈਲਪਰ ਦਾ ਕੰਮ ਕਰ ਸਕਦੇ ਹੋ ਤਾਂ ਇੱਥੇ ਵੀ ਮਾਲ 'ਚ ਕਰ ਸਕਦੇ ਹੋ ਔਰ ਉਨੇ ਕੁ ਸਾਲ 'ਚ। ਔਰ ਹੈਰਾਨੀ ਮੈਨੂੰ ਇਸ ਚੀਜ਼ ਦੀ ਹੁੰਦੀ ਆ ਵੀ ਪਹਿਲਾਂ ਆਇਲਸ ਦੀ ਤਿਆਰੀ ਕੀਤੀ, ਫਿਰ 20-25-30 ਲੱਖ ਰੁਪਇਆ ਉੱਥੇ ਲਾਇਆ ਕਰਨ ਦੇ ਲਈ ਡਿਗਰੀ। ਜੇ ਉਨਾ ਪੈਸਾ ਇੱਥੇ ਕਿਸੇ ਛੋਟੇ ਮੋਟੇ ਕਿੱਤੇ 'ਚ ਵੀ ਲਾਇਆ ਜਾਵੇ ਤੇ ਉਹਨੂੰ ਕਨਸਟੈਂਟਲੀ ਉਹਦੇ 'ਚ ਮਿਹਨਤ ਕੀਤੀ ਜਾਵੇ ਤਾਂ ਆਪਾਂ ਵਧੀਆ ਚੰਗਾ ਦੇਖੋ। ਕਨਵਰਜਨ ਵੈਲਿਊ 'ਚ ਮੈਂ ਨਹੀਂ ਜਾਊਂਗੀ ਵੀ ਉੱਥੇ ਦਾ ਪੈਸਾ ਇੱਥੇ ਕਿੰਨਾ ਬਣ ਗਿਆ, ਉਹਦਾ ਕੋਈ ਮਤਲਬ ਨਹੀਂ। ਜੇ ਇੱਥੇ ਦੀ ਲੱਖ ਰੁਪਏ ਕਮਾਈ ਦੇ ਨਾਲ ਤੁਸੀਂ ਵਧੀਆ ਆਪਦੀ ਜ਼ਿੰਦਗੀ ਜਿਉ ਸਕਦੇ ਹੋ ਤੇ ਇੱਥੇ ਉਨੇ ਲਈ ਤਾਂ ਜਿੰਨਾ ਤੁਸੀਂ ਉੱਥੇ ਜਾ ਕੇ ਸਿਰਫ ਡਿਗਰੀ ਤੇ ਇਨਵੈਸਟ ਕੀਤਾ ਤੇ ਕੰਮ ਤਾਂ ਦੂਜੇ ਹੀ ਕੀਤੇ, ਉਹਨਾਂ ਇੱਥੇ ਕਰੋਗੇ ਤਾਂ ਇੱਥੇ ਵੀ ਓਪਰਚੁਨਿਟੀਜ਼ ਨੇ। ਬਟ ਲਾਈਵ ਜ਼ਿੰਦਗੀ ਜੀਉਣ 'ਚ ਜਿਹੜੀਆਂ ਉੱਥੇ ਫੈਸਿਲਿਟੀਜ਼ ਨੇ ਉਹਦੀ ਮੈਨੂੰ ਲੱਗਦਾ ਵੀ ਸਮਾਂ ਹੁਣ ਇਨਫਰਾਸਟ੍ਰਕਚਰ 'ਚ ਦੇਖੀਏ ਤਾਂ ਇੰਡੀਆ ਦੇ ਵਿੱਚ ਆਪਾਂ ਰੋਡਸ ਦੇਖਦੇ ਹਾਂ 6 ਲੇਨਸ, ਬੜਾ ਵਧੀਆ ਇਨਫਰਾ ਡਿਵੈਲਪਮੈਂਟ ਹੋ ਗਈ ਆ, ਪਰ ਹੋਰ ਸਾਰੀਆਂ ਡਿਵੈਲਪਮੈਂਟਸ ਬਾਕੀ ਨੇ। ਔਰ ਇਹ ਵੀ ਇੱਕ ਬੜਾ ਵੱਡਾ ਕਾਰਨ ਹੈ ਜਿਹੜਾ ਯੂਥ
ਉੱਥੇ ਫਰੀडम ਦੀ ਝਾਕ ਦੇ ਵਿੱਚ ਇੱਕ ਫਰੀडम ਬੜਾ ਵੱਡਾ ਵੀ ਇੱਥੇ ਤਾਂ ਮਾਂ ਪਿਓ ਦੀ ਹੈ ਰੋਕ ਟੋਕ ਹੈ ਵੀ ਉੱਥੇ ਫਰੀडम ਹੈ ਚਲੋ ਉੱਥੇ ਚੱਲੀਏ। ਤਾਂ ਪੇਰੈਂਟਸ ਨੂੰ ਬੱਚਿਆਂ ਲਈ ਉਹ ਜਿਹਾ ਐਟਮੋਸਫੇਅਰ ਫਰੈਂਡਲੀ ਇੱਥੇ ਵੀ ਕ੍ਰੀਏਟ ਕਰਨਾ ਚਾਹੀਦਾ। ਜੇ ਕਰਨਗੇ ਤਾਂ ਮੈਨੂੰ ਲੱਗਦਾ 5-10% ਤਾਂ ਮਾਈਗ੍ਰੇਸ਼ਨ ਐਵੇਂ ਵੀ ਰੁਕ ਸਕਦੀ ਆ। ਅਤੇ ਦੂਜੀ ਗੱਲ ਹੈ ਵੀ ਬੱਚਿਆਂ ਨੂੰ ਇੱਥੇ ਵੀ ਮਾਂ ਪਿਓ ਪਹਿਲਾਂ ਹੀ ਕੰਮ ਲਾਣ, ਹੈ ਨਾ, ਵੀ ਐ ਨਹੀਂ ਵੀ ਬੱਚਾ ਤਾਂ ਮੇਰਾ ਪੜ੍ਹਦਾ ਜੀ ਇਹਨੇ ਤਾਂ ਰੋਟੀ ਨਹੀਂ ਫੜਾਉਣੀ, ਇਹਨੇ ਤਾਂ ਕੰਮ ਨਹੀਂ ਕਰਨਾ। ਹੁਣ ਜੇ ਸਾਡੇ ਘਰੇ ਕਈ ਵਾਰ ਕੁੱਕ ਹੈ ਨਹੀਂ ਜਾਂ ਕੁਛ ਨਹੀਂ ਤਾਂ ਮੇਰੀਆਂ ਬੇਟੀਆਂ ਨੇ ਜਿਹੜੀਆਂ ਭਾਂਡੇ ਮਾਂਜਦੀਆਂ ਨੇ। ਜੇ ਅਸੀਂ ਥੱਕ ਹਾਰ ਕੇ ਆਈਏ ਜਾਂ ਹੋਰ ਹੈ ਭਾਵੇਂ ਉਹ ਕਿਹੜੀ ਵੀ ਕਲਾਸ 'ਚ ਨੇ ਜਾਂ ਕੁਛ, ਉਹਨਾਂ ਤੋਂ ਅਸੀਂ ਕੰਮ ਕਰਾਉਂਦੇ ਹਾਂ ਔਰ ਉਹਨਾਂ ਤੋਂ ਕੰਮ ਇਸ ਲਈ ਕਰਾ ਰਹੇ ਹਾਂ ਵੀ ਕੱਲ੍ਹ ਨੂੰ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ, ਵੀ ਇਹਨਾਂ ਨੂੰ ਐਂ ਨਾ ਲੱਗੇ ਵੀ ਨਹੀਂ ਅਸੀਂ ਨਹੀਂ ਕਰ ਸਕਦੇ ਹੈਗੇ। ਐਂਡ ਦੇ ਸ਼ੁੱਡ ਡੂ ਲਾਈਕ ਕ੍ਰਾਈਸਿਸ ਆ ਗਏ ਜਾਂ ਕੁਛ ਹੈਂਡਲਿੰਗ ਆਉਂਦੀ ਹੋਵੇ ਬੱਚਿਆਂ ਨੂੰ। ਔਰ ਇਹ ਮਾਂ ਪਿਓ ਜੇ ਬੱਚਾ ਸੋਚੇ, ਮਾਂ ਪਿਓ ਸੋਚਣ ਵੀ ਬੱਚਾ ਸ਼ੁਰੂ ਤੋਂ ਹੀ ਬਸ ਪੜ੍ਹੀ ਜਾਵੇ, ਹੋਰ ਚੀਜ਼ਾਂ ਨਾ ਕਰੇ, ਤਾਂ ਉਹਦੀ ਓਵਰਆਲ ਡਿਵੈਲਪਮੈਂਟ ਹੈਂਪਰ ਹੁੰਦੀ ਹੈ। ਜਿੱਦਾਂ ਅੱਜ ਤੁਸੀਂ ਮਲਟੀਟਾਸਕਿੰਗ ਕਰਦੇ ਹੋ ਹੈ ਤੇ ਇਹ ਸਭ ਬਚਪਨ ਤੋਂ ਹੀ ਸ਼ੁਰੂ ਹੁੰਦਾ ਆਇਆਗਾ? ਹਾਂਜੀ, ਬਚਪਨ ਤੋਂ ਹੀ ਮੇਰੇ ਮਦਰ ਜਿਵੇਂ ਥੋੜ੍ਹੀ ਦੇਰ ਪਹਿਲਾਂ ਕਹਿ ਵੀ ਰਹੇ ਸੀਗੇ ਮੰਮਾ ਨੇ ਕੁਛ ਕਰਨਾ, ਮੇਰੀ ਮਦਰ ਦਾ ਰੋਲ ਬਹੁਤ ਜ਼ਿਆਦਾ ਹੈ ਨਾ। ਮੈਂ ਕੁਕਿੰਗ 'ਚ ਥੋੜ੍ਹਾ ਜਿਹਾ ਕੁਛ ਕਰਨਾ, ਮੇਰੇ ਗ੍ਰੈਂਡਫਾਦਰ ਦਾ ਰੋਲ ਬਹੁਤ ਹੈ। ਮੈਂ ਛੋਟੇ ਹੁੰਦੇ ਜਿਵੇਂ ਰੋਟੀਆਂ ਹੈ ਨਾ ਆਪਾਂ ਕਰਦੇ ਹਾਂ, ਚਪਾਤੀਜ਼ ਬਣਾਉਣ ਦੀ ਕੋਸ਼ਿਸ਼ ਕਰਨੀ, ਕਈ ਵਾਰ ਸਰਵੈਂਟ ਨਹੀਂ ਹੁੰਦਾ ਸੀਗਾ ਤਾਂ ਮੈਨੂੰ ਹੋਣਾ ਵੀ ਓਹੋ ਇਹ ਤਾਂ ਮੱਚ ਗਈ ਹੈ ਨਾ, ਇਹਨੂੰ ਸਿੱਟਦਾ। ਮੇਰੇ ਗ੍ਰੈਂਡਫਾਦਰ ਨੇ ਕਹਿਣਾ ਮੈਨੂੰ ਜਿਹੀ ਵੀ ਬਣਾਈ ਹੈ ਤੂੰ ਲਿਆ ਦੇ, ਔਰ ਉਹ ਰੋਟੀ ਨੂੰ ਮੈਨੂੰ ਵੇਖਣ ਨੂੰ ਐਂ ਹੁੰਦਾ ਸੀ ਉਹਨਾਂ ਨੇ ਖਾ ਕੇ ਕਹਿਣਾ ਆਹਾ ਇੰਨੀ ਸਵਾਦ ਤਾਂ ਰੋਟੀ ਨਹੀਂ ਮੈਂ ਖਾਧੀ। ਐਂਡ ਆਈ ਮਿਸ ਮਾਈ ਗ੍ਰੈਂਡਫਾਦਰ ਫॉर दैट। ਉਹਨਾਂ ਨੇ ਹਮੇਸ਼ਾ ਕਹਿਣਾ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ, ਵੇਖ ਪੜਾਈ ਚੋਪੜੀ ਨਾ ਤਰਸਾਏ ਜੀ। ਮੈਨੂੰ ਜੇ ਕਿਤੇ ਰੋਟੀ ਅਵੇਲੇਬਲ ਨਹੀਂ, ਮੈਂ ਕਿਤੇ ਆ, ਜੇ ਮੈਨੂੰ ਨੂਨ ਨਾਲ ਚੋਪੜ ਕੇ ਵੀ ਰੋਟੀ ਮਿਲ ਜਾਂਦੀ ਆ ਨਾ ਤਾਂ ਮੈਂ ਖੁਸ਼ ਹੋ ਕੇ ਪਾਣੀ ਨਾਲ ਖਾ ਲੈਂਦੀ ਹਾਂ। ਅਤੇ ਮੈਨੂੰ ਆਪਦੇ ਗ੍ਰੈਂਡਫਾਦਰ ਹਮੇਸ਼ਾ ਯਾਦ ਆਉਂਦੇ ਨੇ। ਫਿਰ ਕਾਫੀ ਇਮੋਸ਼ਨਲ ਹੋ ਗਿਆ ਤੁਸੀਂ ਇੰਟਰਵਿਊ ਦੇ ਵਿੱਚ, ਤੇ ਆਈ ਹੋਪ ਕਿ ਉਹ ਵੀ ਤੁਹਾਡੇ ਤੇ ਕਾਫੀ ਪ੍ਰਾਊਡ ਕਰਦੇ ਹੋਣਗੇ ਤੁਹਾਡੇ ਗ੍ਰੈਂਡਫਾਦਰ ਜਦੋਂ ਮਾਈ ਗ੍ਰੈਂਡਫਾਦਰ ਇਜ਼ ਨੋ ਮੋਰ। 5 ਸਾਲ ਪਹਿਲਾਂ ਉਹ ਇਸ ਦੁਨੀਆ ਤੋਂ ਚਲੇ ਗਏ। ਉਹ ਮੈਨੂੰ ਮਤਲਬ ਮੇਰਾ ਸ਼ੇਰ ਪੁੱਤ ਆ ਗਿਆ। ਹੀ ਆਲਵੇਜ਼ ਐਡਰੈਸ ਮੀ ਲਾਈਕ ਦੈਟ। ਅਤੇ ਉਹਨਾਂ ਨੂੰ ਹਾਂ ਮੈਨੂੰ ਪਤਾ ਹੈ ਮੇਰੇ ਦਾਦਾ ਜੀ ਨੂੰ ਮੈਨੂੰ ਸ਼ੁਰੂ ਤੋਂ ਹੀ ਮਾਣ ਸੀਗਾ ਉਹਨਾਂ ਨੂੰ, ਅਤੇ ਹੁਣ ਵੀ ਉਹ ਲਾਈਕ ਮੇਰੇ 'ਤੇ ਮਾਣ ਕਰਦੇ ਹੋਣਗੇ। ਮੈਂ ਉਹਨਾਂ ਨੂੰ ਬਹੁਤ ਮਿਸ ਕਰਦੀ ਹਾਂ। ਥੈਂਕ ਯੂ ਵੈਰੀ ਮਚ ਮੈਮ ਸਾਡੇ ਨਾਲ ਗੱਲ ਕਰਨ ਵਾਸਤੇ। ਤਾਂ ਦੋਸਤੋ ਇਹ ਤੁਹਾਨੂੰ ਅਸੀਂ ਮਿਲਵਾਇਆ ਅੰਮ੍ਰਿਤ ਗਿੱਲ ਨਾਲ, ਜੋ ਕਿ ਮਲਟੀਟਾਸਕਿੰਗ ਕਰਦੇ ਆ, ਇੱਕ ਤੋਂ ਇੱਕ ਕੰਮ ਕਰਦੇ ਨੇ, ਅਤੇ ਹੋਪ ਹੈ ਕਿ ਤੁਹਾਨੂੰ ਵੀ ਇਹਨਾਂ ਤੋਂ ਇੰਸਪੀਰੇਸ਼ਨ ਮਿਲੂਗੀ। ਬੋਲੀ ਹੌਲੀ ਬਾਬਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।